ਵਾਹਿਗੁਰੂ ਜੀ ਕੀ ਫਤਿਹ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਧਨਾਸਰੀ ਮਹਲਾ ਪੰਜਵਾਂ। ਸੋ ਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਛੇ ਮਨ ਮੁਖ ਵਿਚਾਰੇ। ਸੋ ਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਛੇ ਮਨ ਮੁਖ ਵਿਚਾਰੇ। ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾ ਕੀ ਨਿਰਮਲ ਸੇਵ। ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਗਤ ਹੋਵਤ ਪਰਗਾਸ। ਜੀਅਨ ਕਾ ਦਾਤਾ ਪੂਰਨ ਸਭ ਠਾਏ, ਕੋਟ ਕਲੇਸ਼ ਮਿਟਹਿ ਹਰਿ ਨਾਏ। ਜਨਮ ਮਰਨ ਸਗਲਾ ਦੁਖ ਨਾਸੈ, ਗੁਰਮੁਖ ਜਾ ਕੈ ਮਨ ਤਨ ਬਾਸੈ। ਜਿਸਨੂੰ ਆਪ ਲਾਏ ਲੜ ਲਾਏ, ਦਰਗਹਿ ਮਿਲੈ ਤਿਸੈ ਹੀ ਜਾਏ। ਸੇਈ ਭਗਤ ਜੇ ਸਾਚੇ ਬਾਣੇ, ਜਮ ਕਾਲ ਤੇ ਪੈ ਨਿਕਾਣੇ। ਸਾਚਾ ਸਾਹਿਬ ਸਚ ਦਰਬਾਰ, ਕੀਮਤ ਕੌਣ ਕਹਿ ਵਿਚਾਰ। ਘਟ ਘਟ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ। ਘਟ ਘਟ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 677 ਤੇ ਸੁਸ਼ੋਭਿਤ ਹੈ।
ਸਾਹਿਬ ਜੀ ਕੀ ਕਿਰਪਾ ਕਰਦੇ ਨੇ, ਆਓ ਸਰਵਣ ਕਰੀਏ। ਸੋ ਕਤ ਡਰੈ ਜੇ ਖਸਮ ਸਮਾਰੈ, ਇਸ ਸੰਸਾਰ ਦੇ ਵਿੱਚ ਸਭ ਕੁਝ ਭੈ ਦੇ ਵਿੱਚ ਹੈ, ਸਾਰਾ ਕੁਝ ਡਰ ਦੇ ਵਿੱਚ ਹੈ। ਰਾਜਾ ਵੀ ਡਰਦਾ ਹੈ, ਕੰਗਾਲ ਵੀ ਡਰਦਾ ਹੈ, ਤਾਕਤਵਰ ਵੀ ਡਰਦਾ ਹੈ, ਕਮਜ਼ੋਰ ਵੀ ਡਰਦਾ ਹੈ, ਵਿਦਵਾਨ ਵੀ ਡਰਦਾ, ਅਨਪੜ੍ਹ ਵੀ ਡਰਦਾ। ਜਿੰਨੀ ਵੀ 84 ਲੱਖ ਜੌਨ ਉਸਨੇ ਪੈਦਾ ਕਰ ਦਿੱਤੀ ਹੈ, ਕੀੜੀ ਡਰਦੀ ਹੈ ਅਤੇ ਹਾਥੀ ਵੀ ਡਰਦਾ ਹੈ। ਇਹ ਨਹੀਂ ਵੀ ਹਾਥੀ ਨਹੀਂ ਡਰਦਾ, ਉਹ ਵੀ ਡਰਦਾ ਹੈ। ਗਿੱਦੜ ਡਰਦਾ ਅਤੇ ਸ਼ੇਰ ਵੀ ਡਰਦਾ ਹੈ। ਸਭ ਕੁਝ ਡਰ ਦੇ ਵਿੱਚ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇੱਕ ਜੁਗਤੀ ਸਾਨੂੰ ਦਿੰਦੇ ਆ, ਕਹਿੰਦੇ ਭਾਈ ਜੇ ਤਾਂ ਇਹ ਜੁਗਤੀ ਵਰਤ ਲਈ ਫਿਰ ਡਰ ਨਹੀਂ ਰਹੇਗਾ। ਡਰ ਮਨੁੱਖ ਨੂੰ ਆਪਣੀ ਸੋਚ ਦਾ, ਆਪਣੇ ਕੰਮਾਂ ਦਾ ਹੁੰਦਾ ਵੀ ਜਿਹੜਾ ਕੰਮ ਸੋਚਿਆ ਕਿ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਕੀ ਹੋਵੇਗਾ, ਕੀ ਬਣੇਗਾ, ਕੱਲ੍ਹ ਨੂੰ ਕੀ ਹੋਵੇਗਾ। ਸੇ ਕੁਝ ਐਸੇ ਡਰ ਨੇ, ਪਰਿਵਾਰਕ ਡਰ ਨੇ, ਕਾਰੋਬਾਰ ਦੇ ਡਰ ਨੇ, ਸਰੀਰ ਦੇ ਸੰਬੰਧ ਵਿੱਚ ਕਈ ਵੇਲੇ ਡਰ ਪੈ ਜਾਂਦਾ, ਐਸੀ ਬਿਮਾਰੀ ਭੈੜੀ ਪੈ ਜਾਂਦੀ ਹੈ, ਡਰ ਪੈ ਜਾਂਦਾ। ਸੋ ਇਸ ਗੱਲ ਦੀ ਚਿੰਤਾ ਨਹੀਂ ਹੈ ਵੀ ਇੱਕ ਸਾਹ ਸਾਨੂੰ ਮਿਲਦਾ ਪਿਆ ਅਤੇ ਦੂਸਰਾ ਸਾਹ ਮਿਲੇ ਜਾਂ ਨਾ ਮਿਲੇ, ਉਹਦੀ ਕੋਈ ਚਿੰਤਾ ਨਹੀਂ ਹੈ। ਸਾਡੇ ਕੋਲ ਕਿਹੜਾ ਸਾਹ ਜੋੜ ਕੇ ਰੱਖੇ ਹੋਏ ਹੈ। ਇੱਕ ਸਾਹ ਦਿੰਦਾ ਨਿਰੰਕਾਰ, ਉਹਦਾ ਪਤਾ ਹੀ ਕੁਝ ਨਹੀਂ ਵੀ ਦੂਸਰਾ ਸਾਹ ਆਉਣਾ ਜਾਂ ਨਹੀਂ ਆਉਣਾ। ਹੋਰ ਜੋ ਇਹਨੇ ਪਲੈਨਿੰਗਾਂ ਬਣਾਈਆਂ ਹੁੰਦੀਆਂ ਉਹਦੇ ਸੰਬੰਧ ਵਿੱਚ ਹੀ ਡਰੀ ਜਾਂਦਾ, ਕਿਉਂਕਿ ਮਨੁੱਖ ਦੀਆਂ ਪਲੈਨਿੰਗਾਂ ਨੇ। ਇਸ ਕਰਕੇ ਉਹਦੇ ਵਿੱਚ ਡਰ ਹੈ। ਡਰ ਦੇ ਵਿੱਚ ਕੀਤਾ ਹੋਇਆ ਕੰਮ, ਕੋਈ ਵੀ ਪਲੈਨਿੰਗ ਉਹ ਡਰਾਉਂਦੀ ਰਹਿੰਦੀ, ਡਰਦਾ ਹੀ ਰਹਿੰਦਾ ਬੰਦਾ। ਮਹਾਰਾਜ ਨੇ ਇੱਕ ਜੁਗਤੀ ਦਿੱਤੀ ਆ, ਕਹਿੰਦੇ ਜੇ ਡਰ ਤੋਂ ਮੁਕਤ ਹੋਣਾ ਤੇ ਭਾਈ ਖਸਮ ਨੂੰ ਚੇਤੇ ਕਰ, ਮਾਲਕ ਨੂੰ ਚੇਤੇ ਕਰ। ਜਦੋਂ ਕੋਈ ਕਾਰਜ ਕਰਨਾ ਉਦੋਂ ਵੀ ਰੱਬ ਨੂੰ ਚੇਤੇ ਕਰ, ਆਰੰਭ ਕਰਨ ਤੋਂ ਪਹਿਲੋਂ ਚੇਤੇ ਕਰ, ਕਾਰਜ ਕਰਦਿਆਂ ਨੂੰ ਚੇਤੇ ਰੱਖ। ਡਰ ਦੂਰ ਚਲੇ ਜਾਵੇਗਾ, ਡਰ ਨਹੀਂ ਰਹੇਗਾ। ਕਾਰਜ ਹੋਣਾ ਨਹੀਂ ਹੋਣਾ ਇਹ ਸਾਰਾ ਕੁਝ ਮਾਲਕ ਦੇ ਹੱਥ ਵਿੱਚ ਹੁੰਦਾ ਹੈ। ਸੋ ਜਦੋਂ ਨਹੀਂ ਕਾਰਜ ਹੁੰਦਾ ਫਿਰ ਵੀ ਤਾਂ ਕਬੂਲ ਕਰਦਾ ਹੀ ਹੈ, ਡਰਨ ਦਾ ਕੀ ਫਾਇਦਾ। ਇਸ ਕਰਕੇ ਉਸ ਮਾਲਕ ਨੂੰ ਯਾਦ ਕਰੇਗਾ, ਇਸ ਡਰ ਦੀ ਭਿਆਨਕ ਬਿਮਾਰੀ ਤੋਂ ਤੂੰ ਮੁਕਤ ਹੋ ਜਾਵੇਗਾ। ਇਸ ਕਰਕੇ ਮਹਾਰਾਜ ਪਾਤਸ਼ਾਹ ਕਹਿੰਦੇ ਸੋ ਕਾਹਤੇ ਡਰ ਹੈ। ਉਹ ਕਿਉਂ ਡਰੇ? ਜਿਹੜਾ ਮਾਲਕ ਨੂੰ ਚੇਤੇ ਰੱਖਦਾ। ਅੱਗੇ ਕਹਿੰਦੇ ਨੇ, ਕਹਿੰਦੇ ਡਰ ਡਰ ਪਚੇ ਮਨ ਮੁਖ ਵਿਚਾਰੇ। ਡਰ ਕਰਦਾ ਕੀ ਹੈ? ਡਰ ਸੋ ਕੇ ਬੰਦੇ ਨੂੰ ਹੋਰ ਕਮਜ਼ੋਰ ਕਰ ਦਿੰਦਾ, ਬਹੁਤ ਖਰਾਬ ਕਰਦਾ ਡਰ ਜਿਹੜਾ। ਜੇ ਤਾਂ ਗੁਰੂ ਦੀ ਮੱਤ ਹੈ ਫਿਰ ਨਹੀਂ ਇਹ ਡਰੇਗਾ। ਇਹ ਕਹੇਗਾ ਜੋ ਭਾਵੈ ਤੈਨੂੰ, ਜੋ ਤੁਧ ਭਾਵੈ ਸਾਈ ਭਲੀ ਕਾਰ, ਉਹੀਓ ਹੋਵੇਗਾ। ਅਤੇ ਜੇ ਗੁਰੂ ਚੇਤੇ ਨਹੀਂ ਹੈ ਫਿਰ ਡਰੇਗਾ। ਜੇ ਗੁਰੂ ਦੀ ਮੱਤ ਕੋਲ ਹੈ ਫਿਰ ਨਹੀਂ ਡਰੇਗਾ। ਜੇ ਮਨ ਦੀ ਮੱਤ ਹੈ ਫਿਰ ਡਰੇਗਾ। ਮਨ ਦੀ ਮੱਤ ਵਾਲਾ ਡਰਦਾ ਖਰਾਬ ਹੁੰਦਾ, ਉਹਨੂੰ ਵਿਚਾਰਾ ਕਹਿ ਦਿੱਤਾ ਸਾਹਿਬ ਜੀ ਨੇ। ਉਹ ਵਿਚਾਰਾ ਜਿਹਾ ਬਣ ਕੇ ਬਣਿਆ ਰਹਿੰਦਾ, ਵਿਚਾਰਾ ਜਿਹਾ। ਭਾਵ ਡਰਿਆ ਹੋਇਆ ਮਨੁੱਖ ਕੋਈ ਵੀ ਕਾਰਜ ਸਹੀ ਤਰੀਕੇ ਦੇ ਨਾਲ ਕਰੇ ਹੀ ਨਹੀਂ ਸਕਦਾ। ਨਾ ਉਹ ਪਰਿਵਾਰ ਵਿੱਚ ਉਹ ਕੋਈ ਚੰਗੀ ਤਰ੍ਹਾਂ ਰਹਿ ਹੁੰਦਾ, ਨਾ ਸਮਾਜ ਵਿੱਚ ਚੰਗੀ ਤਰ੍ਹਾਂ ਰਹਿ ਸਕਦਾ, ਨਾ ਕੋਈ ਆਪਣਾ ਜਿਹੜਾ ਕੰਮ ਕਾਰ ਹੈ ਉਹ ਚੰਗੀ ਤਰ੍ਹਾਂ ਕਰ ਸਕਦਾ। ਇਹ ਸਫ਼ਰ ਵੀ ਨਹੀਂ ਕਰ ਸਕਦਾ। ਡਰਿਆ ਹੋਇਆ ਮਨੁੱਖ ਤਾਂ ਕੋਈ ਗੱਲ ਚੰਗੀ ਤਰ੍ਹਾਂ ਸੁਣ ਵੀ ਨਹੀਂ ਸਕਦਾ, ਨਾ ਕੋਈ ਸਮਝਾ ਸਕਦਾ, ਨਾ ਸਮਝ ਸਕਦਾ। ਡਰਿਆ ਹੋਇਆ ਜਿਹੜਾ ਮਨੁੱਖ ਹੁੰਦਾ ਵਿਚਾਰਾ ਜਿਹਾ ਬਣਿਆ ਰਹਿੰਦਾ, ਵਿਚਾਰਾ ਖਰਾਬ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਇਸ ਡਰ ਨੂੰ ਲਾ ਦੇ, ਇਸ ਡਰ ਨੂੰ ਲਾ ਦੇ, ਬਾਣੀ ਦੇ ਨਾਲ ਜੁੜ। ਪਾਤਸ਼ਾਹ ਕਹਿੰਦੇ ਹੈ ਬਾਣੀ ਨਾਲ ਜੁੜ, ਬਾਣੀ ਦੀ ਵਿਚਾਰ ਕਰ। ਡਰ ਡਰ ਕੇ ਭੱਜ ਜਾਂਦਾ ਹੈ, ਸਾਹਮਣੇ ਡਰ ਡਰਾਉਂਦਾ ਰਹਿੰਦਾ। ਜੇ ਬਾਣੀ ਦੇ ਨਾਲ ਨਹੀਂ ਜੁੜਿਆ, ਜੇ ਬਾਣੀ ਦੀ ਵਿਚਾਰ ਵਿੱਚ ਪੈ ਗਿਆ, ਡਰ ਇਹਨੂੰ ਛੱਡ ਕੇ ਚਲੇ ਜਾਂਦਾ। ਕਹਿੰਦੇ ਰਹਾਓ ਸਿਰ ਉੱਪਰ ਮਾਤ ਪਿਤਾ ਗੁਰਦੇਵ। ਇੱਕ ਮਿਸਾਲ ਦਿੱਤੀ ਮਹਾਰਾਜ ਨੇ,
ਜਿਵੇਂ ਛੋਟਾ ਬੱਚਾ ਹੁੰਦਾ ਹੈ, ਉਹਨੂੰ ਕੁਝ ਨਹੀਂ ਪਤਾ, ਸੋ ਆਪਣੇ ਮਾਂ-ਬਾਪ ਦੇ ਨਾਲ ਆ ਉਹ ਨਿਡਰ ਹੁੰਦਾ ਹੈ, ਮੇਰਾ ਪਿਓ ਨਾਲ ਆ, ਮੇਰੀ ਮਾਂ ਨਾਲ ਆ, ਕੀ ਲਾਭ ਹੈ, ਕੀ ਨੁਕਸਾਨ ਹੈ, ਕੀ ਨਹੀਂ, ਕੱਖ ਨਹੀਂ ਪਤਾ ਹੁੰਦਾ ਉਸਨੂੰ, ਛੋਟਾ ਬੱਚਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਛੋਟੇ ਬੱਚੇ ਦੀ ਪਰਵਰਿਸ਼ ਮਾਂ-ਬਾਪ ਕਰਦੇ ਨੇ ਅਤੇ ਮਾਂ-ਬਾਪ ਦਾ ਜਿੰਮਾ, ਸੋ ਬੱਚੇ ਨੂੰ ਹਰ ਇੱਕ ਤਰ੍ਹਾਂ ਕਰਕੇ ਉਹਦੀ ਰੱਖਿਆ ਕਰਦੇ ਨੇ। ਇਸ ਤਰ੍ਹਾਂ ਗੁਰਦੇਵ ਸਿਰ ਦੇ ਉੱਪਰ ਹੈ, ਡਰਨ ਨਹੀਂ ਦਿੰਦਾ ਹੈ, ਪਰ ਜਿਹੜਾ ਉਸ ਦੀ ਛਤਰ ਛਾਇਆ ਦੇ ਥੱਲੇ ਆ ਜਾਂਦਾ ਹੈ, ਜਿਹੜਾ ਸਤਿਗੁਰੂ ਨੂੰ ਆਪਣਾ ਮਾਂ-ਬਾਪ ਸਮਝਦਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਬਾਣੀ ਪੜ੍ਹਦਾ ਆ, ਬਾਣੀ ਦੀ ਵਿਚਾਰ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋ ਉਹਦੇ ਸਿਰ 'ਤੇ ਹੱਥ ਫਿਰ ਗੁਰੂ ਦਾ ਹੁੰਦਾ। ਕਹਿੰਦੇ ਇਵੇਂ ਜਿੱਦਾਂ ਮਾਤਾ ਪਿਤਾ ਰੱਖਿਆ ਕਰਦੇ ਨੇ, ਇਵੇਂ ਫਿਰ ਸਤਿਗੁਰੂ ਜੀ ਦੀ ਰੱਖਿਆ ਕਰਦੇ ਨੇ। ਸਫਲ ਮੂਰਤ ਜਾ ਕੀ ਨਿਰਮਲ ਸੇਵ, ਗੁਰੂ ਦੇ ਜੋ ਦਰਸ਼ਨ ਦੀਦਾਰ ਨੇ ਇਹ ਫਲ ਵਾਲੇ ਹੁੰਦੇ ਨੇ। ਫਲ ਮੂਰਤ ਹੁੰਦਾ ਸਰੂਪ। ਸੋ ਦਰਖਤ ਜਿਹਨੂੰ ਫਲ ਹੀ ਨਾ ਲੱਗਣ ਉਹਦੇ ਕੋਲ ਤਾਂ ਕੋਈ ਪਕਸ਼ੀ ਵੀ ਨਹੀਂ ਆਉਂਦਾ। ਜਿਸ ਦਰਖਤ ਨੂੰ ਫਲ ਨਹੀਂ ਲੱਗਦੇ, ਹੁਣ ਸਿੰਬਲ ਦਾ ਰੁੱਖ ਹੈ, ਫੁੱਲ ਕਹਿੰਦੇ ਫੁੱਲ ਫਿੱਕੇ ਫਲ ਬਕ ਬਕੇ, ਕੰਮ ਨਾ ਆਵੇ ਪੱਤ, ਨਾ ਉਹਦੇ ਪੱਤੇ ਕਿਸੇ ਕੰਮ ਦੇ, ਨਾ ਫੁੱਲ ਕਿਸੇ ਕੰਮ ਦੇ, ਨਾ ਫਲ ਕਿਸੇ ਕੰਮ ਦੇ, ਪਕਸ਼ੀ ਵੀ ਨਹੀਂ ਜਾਂਦਾ, ਉਹਦਾ ਉੱਚਾ ਬੜਾ। ਸੋ ਇੰਝ ਕਈ ਐਸੇ ਮਨੁੱਖ ਹੁੰਦੇ ਨੇ ਸੋ ਜਿਹੜੇ ਦੇਖਣ ਨੂੰ ਲੱਗਦੇ ਨੇ ਵੀ ਹਾਂ ਵੀ ਬੜੇ ਅਮੀਰ ਨੇ, ਮੇਰੀ ਸਹਾਇਤਾ ਕਰ ਸਕਦਾ, ਮੇਰੇ ਕੰਮ ਆ ਸਕਦਾ, ਇਹਦੇ ਮੈਂ ਨੇੜੇ ਹੋਵਾਂ, ਪਰ ਨਹੀਂ, ਉਹਦੇ ਤੋਂ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ, ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ। ਸਤਿਗੁਰੂ ਜੀ ਐਸੇ ਨੇ ਜਿਹੜੇ ਛਾਂ ਵੀ ਦਿੰਦੇ ਨੇ ਅਤੇ ਗੁਣ ਰੂਪ ਫੁੱਲ ਵੀ ਦਿੰਦੇ ਨੇ, ਬ੍ਰਹਮ ਗਿਆਨ ਰੂਪ ਫਲ ਵੀ ਦਿੰਦੇ ਨੇ, ਹਰ ਇੱਕ ਤਰ੍ਹਾਂ ਉਹ ਰੱਖਿਅਕ ਨੇ, ਰੱਖਿਆ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਦਰਸ਼ਨ ਹੀ ਸਫਲ ਨੇ, ਫਲ ਦੇ ਰਹਿਤ ਨੇ। ਗੁਰੂ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਹੀ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ। ਗੁਰੂ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਕਾਰਜ ਰਾਸ ਆ ਜਾਂਦੇ ਨੇ। ਕਹਿੰਦੇ ਨੇ ਸਫਲ ਮੂਰਤ ਤੇ ਜਾ ਕੀ ਨਿਰਮਲ ਸੇਵ, ਕਿਤੇ ਗੁਰੂ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇ, ਮੈਲ ਤੋਂ ਰਹਿਤ ਕਰ ਦਿੰਦੀ ਹੈ ਸੇਵਾ। ਜਿਹੜੀ ਸੇਵਾ ਇਹਦੇ ਨਾਲ ਲੱਗੀ ਹੋਈ ਜਨਮਾਂ ਜਨਮਾਤਰਾਂ ਦੀ ਮੈਲ ਉਹ ਧੋਤੀ ਜਾਂਦੀ ਹੈ। ਨਹੀਂ ਤਾਂ ਮਨ ਨੂੰ ਲੱਗੀ ਮੈਲ ਕਿੱਥੇ ਧੋ ਹੁੰਦੀ ਹੈ। ਜਿੰਨੇ ਮਰਜ਼ੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰ ਲਵੇ, ਮਨ ਦੀ ਮੈਲ ਨਹੀਂ ਧੋਤੀ ਜਾਂਦੀ ਹੈ। ਪਰ ਸਤਿਗੁਰਾਂ ਦੀ ਜਿਹੜੀ ਸੇਵਾ ਇਹ ਮਨ ਦੀ ਮੈਲ ਧੋ ਦਿੰਦੀ ਹੈ, ਪਾਪਾਂ ਦੀ ਮੈਲ। ਪਾਪਾਂ ਕਰਕੇ ਮੈਲ ਆ ਮਨ, ਉਹਦੇ ਕਰਕੇ ਦੁਖੀ ਹੁੰਦਾ ਹੈ। ਪਾਪ ਚਿੰਬੜੇ ਹੋਏ ਨੇ, ਪਾਪ ਚਿੰਬੜੇ ਹੋਏ ਨੇ, ਮਨ ਮੈਲਾ ਆ, ਪੈਪਾਂ ਕਰਕੇ ਹੀ ਉਹ ਦੁਖੀ ਹੋ ਰਿਹਾ ਹੈ। ਇਹਨੂੰ ਪਤਾ ਹੀ ਨਹੀਂ ਵੀ ਦੁੱਖਾਂ ਦਾ ਕਾਰਨ ਕੀ ਹੈ। ਸੁੱਖ ਕਿੱਦਾਂ ਦੁੱਖ ਦਾ ਰੂਪ ਬਣ ਗਿਆ। ਭਾਈ ਤੇਰੇ ਪਾਪ ਨੇ, ਤੇਰੇ ਪਾਪ ਜਿਹੜੇ ਨੇ ਇਹ ਤੈਨੂੰ ਦੁੱਖ ਦੇ ਰਹੇ ਨੇ। ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਦੇ ਰਹੇ ਨੇ। ਸਤਿਗੁਰੂ ਜੀ ਦੀ ਜੋ ਸੇਵਾ ਹੈ ਸੋ ਇਹਦੇ ਨਾਲ ਜਿਹੜੇ ਸਾਡੇ ਪਾਪ ਨੇ ਉਹ ਧੋਤੇ ਜਾਂਦੇ ਨੇ, ਮਨ ਸੁਖੀ ਹੋ ਜਾਂਦਾ। ਉਹੀ ਭੈਣ ਭਾਈ ਰਿਸ਼ਤੇਦਾਰ ਸਾਕ ਸੰਬੰਧੀ ਉਹੀ ਸਾਰੇ ਮਿੱਤਰ ਬਣ ਜਾਂਦੇ ਨੇ। ਵੈਰੀ ਰਹਿੰਦਾ ਹੀ ਕੋਈ ਨਹੀਂ, ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆ ਹੀ। ਇਹ ਕਿਉਂ ਹੋਇਆ? ਸੋ ਭਾਈ ਜਿਹੜਾ ਤੇਰਾ ਮਨ ਸੀ ਪਾਪਾਂ ਤੋਂ ਮੁਕਤ ਹੋ ਗਿਆ, ਇਹ ਨਿਰਮਲ ਹੋ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਉਹਦੀ ਸੇਵਾ ਦੇ ਨਾਲ ਇਹ ਸਾਰਾ ਕੁਝ ਹੁੰਦਾ, ਮਨ ਨਿਰਮਲ ਹੋ ਜਾਂਦਾ। ਨਿਰਮਲ ਮਨ ਹੀ ਰੱਬ ਦੇ ਨਾਲ ਜੁੜਿਆ ਜਾਂਦਾ ਹੈ। ਜਿਨ੍ਹਾਂ ਦੇ ਮਨ ਨਿਰਮਲ ਨੇ ਉਹਨਾਂ ਦੀਆਂ ਸਮਾਧੀਆਂ ਲੱਗਦੀਆਂ, ਜੁੜਦੇ ਨੇ। ਸਮਾਧੀ ਭਾਵ ਜੋਗੀਆਂ ਵਾਲੀ ਨਹੀਂ, ਉਹਨਾਂ ਦੀ ਸਮਾਧੀ ਜਿਹੜੀ ਹੁੰਦੀ ਉਹ ਗੁਰਮੁਖਾਂ ਵਾਲੀ ਹੁੰਦੀ। ਹਰ ਵਕਤ ਸੁਰਤ ਜਿਹੜੀ ਰੱਬ ਵਾਲੇ ਪਾਸੇ ਹੁੰਦੀ ਹੈ, ਹਰ ਵਕਤ ਸੁਰਤ ਰੱਬ ਵਾਲੇ ਪਾਸੇ। ਹਿਰਦਾ ਹਮੇਸ਼ਾ ਖਿੜਿਆ ਹੋਇਆ ਰਹਿੰਦਾ, ਨਾਨਕ ਭਗਤਾਂ ਸਦਾ ਵਿਗਾਸ। ਇੱਦਾਂ ਦੀ ਸੋ ਉਹਨਾਂ ਦੀ ਜ਼ਿੰਦਗੀ ਹੋ ਜਾਂਦੀ, ਜੀਵਨ ਹੋ ਜਾਂਦਾ। ਜੀਵਨ ਮੁਕਤ ਕਿਹਾ ਜਾਂਦਾ ਹੈ। ਉਹ ਜੀਵਨ ਮੁਕਤ ਹੁੰਦੇ ਨੇ, ਉਹਨਾਂ ਨੂੰ ਜੀਵਨ ਜ਼ਿੰਦਗੀ ਦਾ ਜਿਉਣ ਦਾ ਤਰੀਕਾ ਆ ਗਿਆ। ਜੀਵ ਨੂੰ ਮੈਂ ਜੀਵਨ ਪਾਇਆ, ਜ਼ਿੰਦਗੀ 'ਚੋਂ ਜ਼ਿੰਦਗੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਏਕ ਨਿਰੰਜਨ ਜਾ ਕੀ ਰਾਸ। ਰੱਬ ਦੇ ਪਿਆਰਿਆਂ ਦੀ ਜਿਹੜੀ ਪੂੰਜੀ ਹੁੰਦੀ ਹੈ, ਕੇਵਲ ਤੇ ਕੇਵਲ ਉਹਦਾ ਨਾਮ ਹੀ ਉਹਨਾਂ ਦੀ ਪੂੰਜੀ ਹੁੰਦੀ, ਜਮ੍ਹਾਂ ਪੂੰਜੀ ਹੈ। ਸੋ ਜਿਹੜੇ ਸੰਸਾਰਕ ਬਿਰਤੀ ਵਾਲੇ ਨੇ ਉਹਨਾਂ ਦੀ ਪੂੰਜੀ, ਉਹ ਕਦੀ ਜ਼ਮੀਨਾਂ ਬਣਾਉਣਗੇ, ਕਦੀ ਕੋਠੀਆਂ ਲੈਣਗੇ, ਕਦੀ ਸੋਨਾ ਖਰੀਦਣਗੇ, ਕਦੀ ਬੈਂਕ ਬੈਲੈਂਸ ਵਧਾਉਣਗੇ, ਕਦੀ ਕੁਛ ਕਰਦੇ, ਕਦੀ ਕੁਛ ਕਰਦੇ ਹੈ। ਸੋ ਇਹ ਜਿੰਨੀ ਮਰਜ਼ੀ ਇਹ ਸੰਸਾਰਕ ਪੂੰਜੀ ਜੋੜ ਲਵੇ, ਇਹਨੇ ਦੁੱਖ ਹੀ ਦੇਣਾ, ਇਹ ਦੁੱਖ ਹੀ ਦਿੰਦੀ ਹੈ। ਦਰਗਾਹ ਨਾਲ ਨਹੀਂ ਜਾਣਾ ਇਸਨੇ। ਤਿੰਨ ਤਾਪ ਬੰਦੇ ਨੂੰ ਚਿੰਬੜੇ ਹੋਏ ਨੇ, ਇਹ ਪੂੰਜੀ ਤਿੰਨ ਤਾਪ ਨਹੀਂ ਲਾ ਸਕਦੀ। ਕਹਿੰਦੇ ਲੋੜ ਪੂਰੀ ਕਰਦੀ ਵੀ ਮੌਕੇ ਤੇ ਲੋੜ ਪੂਰੀ ਕਰ ਦਊ, ਪਰ ਸੰਸਾਰਕ ਪੂੰਜੀ ਜਿਹੜੀ ਹੈ ਸदैवी ਲੋੜਾਂ ਪੂਰੀਆਂ ਨਹੀਂ ਕਰ ਸਕਦੀ। ਨਾਮ ਧਨ ਦੀ ਪੂੰਜੀ ਐਸੀ ਹੈ, ਇਹ ਪੂੰਜੀ ਕਦੀ ਦੁੱਖ ਨਹੀਂ ਦਿੰਦੀ। ਇਸ ਪੂੰਜੀ ਨੂੰ ਕੋਈ ਖਤਰਾ ਨਹੀਂ ਹੈ। ਇਹ ਪੂੰਜੀ ਜਿਹੜੀ, ਇਹ ਖਤਰਾ ਨਹੀਂ ਇਸ ਨੂੰ ਕੋਈ। ਇਹ ਬਾਹਰ ਕਿਸੇ ਕਮਰੇ 'ਚ ਨਹੀਂ ਰੱਖ ਸਕਦੇ, ਬੈਂਕਾਂ 'ਚ ਨਹੀਂ ਰੱਖ ਸਕਦੇ, ਕਿਤੇ ਕੋਈ ਪ੍ਰੋਪਰਟੀ ਕੋਈ ਬਣ ਜਾਂਦੀ, ਇੱਦਾਂ ਦਾ ਕੋਈ ਚੱਕਰ ਨਹੀਂ। ਇਹ ਜਦੋਂ ਪੂੰਜੀ ਜਮ੍ਹਾਂ ਕਰਨੀ ਹੁੰਦੀ, ਆਪਣੇ ਹਿਰਦੇ 'ਚ ਜਮ੍ਹਾਂ ਕਰਨੀ ਹੁੰਦੀ ਹੈ, ਹਿਰਦੇ 'ਚ ਜਮ੍ਹਾਂ ਹੁੰਦੀ ਹੈ। ਇਹੋ ਇੱਕੋ ਇੱਕ ਪੂੰਜੀ ਜਿਹੜੀ ਦਰਗਾਹ 'ਚ ਨਾਲ ਜਾਂਦੀ ਹੈ। ਦੁਨਿਆਵੀ ਪੂੰਜੀ ਕਿੱਥੇ ਨਾਲ ਜਾਂਦੀ ਹੈ? ਰੱਬ ਦੇ ਪਿਆਰੇ ਜਿਹੜੇ ਨੇ, ਉਹਨਾਂ ਦੀ ਪੂੰਜੀ ਕੇਵਲ ਤੇ ਕੇਵਲ ਪਰਮਾਤਮਾ ਪਰਮੇਸ਼ਰ ਦਾ ਨਾਮ ਹੀ ਹੁੰਦਾ ਹੈ। ਏਕ ਨਿਰੰਜਨ ਜਾ ਕੀ ਰਾਸ। ਦੁਨਿਆਵੀ ਧਨ ਦੌਲਤ ਨੂੰ ਉਹ ਪੂੰਜੀ ਮੰਨਦੇ ਹੀ ਨਹੀਂ ਹਨ। ਮਿਲ ਸਾਧ ਸੰਗਤ ਹੋਵਤ ਪਰਗਾਸ। ਪਰ ਇਸ ਗੱਲ ਦਾ ਗਿਆਨ ਕਿਹਨੂੰ ਪਾਈ? ਕਿਸੇ ਨੂੰ ਵੀ ਨਹੀਂ ਗਿਆਨ। ਸੋ ਜਿਹੜੇ ਧਾਰਮਿਕ ਲੋਕ ਨੇ, ਧਰਮ ਦੇ ਆਗੂ ਨੇ, ਉਹਨਾਂ ਨੂੰ ਵੀ ਨਹੀਂ ਗਿਆਨ ਇਸ ਚੀਜ਼ ਦਾ ਵੀ ਅਸਲ ਪੂੰਜੀ ਜਿਹੜੀ ਹੈ ਉਹ ਨਾਮ ਹੈ, ਪਰਮੇਸ਼ਰ ਦਾ ਨਾਮ ਹੈ। ਨਾ ਗਿਆਨ ਹੋਣ ਕਰਕੇ ਹੀ ਉਹ ਮਾਇਆ ਦੀ ਖਾਤਰ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਆ। ਪਰ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ, ਸੋ ਉਹ ਇੰਝ ਨਹੀਂ ਕਰਦੇ। ਉਹ ਨਾਮ ਦੀ ਪੂੰਜੀ ਨੂੰ ਸੰਭਾਲਣ ਦਾ ਯਤਨ ਕਰਦੇ ਨੇ। ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਨਾਲ ਨਾਮ ਦੀ ਪੂੰਜੀ ਲੁੱਟੀ ਜਾਂਦੀ। ਇਕੱਠਾ ਹੀ ਨਹੀਂ ਕਰ ਸਕਦਾ, ਖਲਾਰਾ ਪੈ ਜਾਂਦਾ। ਬਾਣੀ ਪੜ੍ਹੀ, ਹੰਕਾਰ ਆ ਗਿਆ, ਚੱਲ। ਸੋ ਉਹ ਕਿੱਥੇ ਪੂੰਜੀ ਇਕੱਠੀ ਹੋਈ? ਸੇਵਾ ਕੀਤੀ, ਹੰਕਾਰ ਆ ਗਿਆ, ਕਿੱਥੇ ਪੂੰਜੀ ਇਕੱਠੀ ਹੋਈ? ਬਾਣੀ ਪੜ੍ਹੀ ਸੁਣੀ, ਵਿਚਾਰੀ, ਮਨ ਦੀ ਸ਼ੀਤਲਤਾ ਹੋਈ, ਟਿਕਾ ਬਣਿਆ, ਬੜਾ ਆਨੰਦ ਆਇਆ। ਜੇ ਕ੍ਰੋਧ ਆ ਗਿਆ, ਉਹ ਸ਼ੀਤਲਤਾ ਸਾਰੀ ਖਤਮ ਹੋ ਗਈ। ਸੋ ਇਹ ਜਿਹੜੇ ਵਿਕਾਰ ਨੇ, ਸੋ ਇਹ ਜਿਹੜੀ ਪੂੰਜੀ ਇਕੱਠੀ ਹੋਣ ਹੀ ਨਹੀਂ ਦਿੰਦੇ। ਸੋ ਰੱਬ ਦੇ ਪਿਆਰੇ ਆਪਣੇ ਵਿਕਾਰਾਂ ਨੂੰ ਪਹਿਲੋਂ ਮਾਰਦੇ ਨੇ ਵੀ ਇਹਨਾਂ ਨਹੀਂ ਭੈਣਾ, ਇਹਨਾਂ ਨਹੀਂ ਖਰਾਬ ਕਰਨਾ। ਇਹ ਨਾਮ ਪੂੰਜੀ ਇਕੱਠੀ ਨਹੀਂ ਹੋਣ ਦਿੰਦੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਵੀ ਇਸ ਗੱਲ ਦੀ ਸੋਝੀ ਆਉਣੀ ਜ਼ਰੂਰੀ ਹੈ ਵੀ ਅਸਲ ਪੂੰਜੀ ਨਾਮ ਪੂੰਜੀ ਹੈ। ਇਹ ਕਿੱਦਾਂ ਸੋਝੀ ਆਉਂਦੀ ਹੈ? ਅੰਦਰ ਜਦੋਂ ਪ੍ਰਗਾਸ ਹੁੰਦਾ, ਪ੍ਰਕਾਸ਼ ਬਾਹਰਲੇ ਚਾਨਣ ਨੂੰ ਕਿਹਾ ਜਾਂਦਾ, ਪ੍ਰਗਾਸ਼ ਅੰਦਰਲੇ ਚਾਨਣ ਨੂੰ ਕਿਹਾ ਜਾਂਦਾ। ਜੋ ਬੁੱਧੀ ਦੇ ਵਿੱਚ ਸੋਝੀ ਆਉਂਦੀ, ਉਹਨੂੰ ਪ੍ਰਗਾਸ਼ ਕਿਹਾ ਜਾਂਦਾ। ਜਦੋਂ ਗੁਰਬਾਣੀ ਦੀ ਸਮਝ ਪਈ, ਉਹਦੇ ਨਾਲ ਪ੍ਰਗਾਸ਼ ਹੋਇਆ। ਅਤੇ ਇਹ ਪ੍ਰਗਾਸ਼ ਸਾਧ ਸੰਗਤ ਦੀ ਕਿਰਪਾ ਦੇ ਨਾਲ ਹੁੰਦਾ, ਪਰਿਵਾਰਾਂ ਵਿੱਚ ਪ੍ਰਗਾਸ਼ ਨਹੀਂ ਹੁੰਦਾ, ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਵਿੱਚ ਪ੍ਰਗਾਸ਼ ਨਹੀਂ ਹੁੰਦਾ। ਉੱਥੇ ਤਾਂ ਲੈਣ ਦੇਣ ਹੀ ਚੱਲੀ ਜਾਂਦਾ, ਲੈਣ ਦੇਣ। ਅਸਲ ਪ੍ਰਗਾਸ਼ ਹੁੰਦਾ ਫਿਰ ਸਾਧ ਸੰਗਤ ਵਿੱਚ। ਜਦੋਂ ਇਹ ਸਾਧ ਸੰਗਤ ਕਰਦਾ, ਫਿਰ ਇਸ ਨੂੰ ਪ੍ਰਗਾਸ਼ ਹੁੰਦਾ। ਕਹਿੰਦੇ ਮਿਲ ਸਾਧ ਸੰਗਤ ਹੋਵਤ ਪ੍ਰਗਾਸ਼, ਜੀਵਨ ਕਾ ਦਾਤਾ ਪੂਰਨ ਸਭ ਠਾਏ। ਉਹ ਦਾਤਾ ਹੈ, ਸਭਨਾ ਦਾ ਦਾਤਾ। ਮਹਾਰਾਜ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਉਹ ਕੀ ਪਸ਼ੂ ਪਕਸ਼ੀ ਮਨੁੱਖ ਕੀ ਦੇਵਤੇ ਦੈਂਤ, ਉਹ ਸਭਨਾ ਦਾ ਦਾਤਾ, ਸਭਨਾ ਨੂੰ ਦਾਤਾ ਦੇਣੇ ਵਾਲਾ। ਉਹ ਜੀਵਨ ਕਾ ਦਾਤਾ, ਹਰੇਕ ਨੂੰ ਉਹ ਦਾਤਾ ਦੇਣੇ ਵਾਲਾ ਹੈ। ਅਤੇ ਪੂਰਨ ਸਭ ਠਾਏ। ਸੋ ਕਿਹੜੀ ਜਗ੍ਹਾ ਜਿੱਥੇ ਉਹ ਨਹੀਂ ਹੈ?
ਹਰੇਕ ਜਗ੍ਹਾ ਦੇ ਉੱਤੇ ਉਹ ਪਰਿਪੂਰਨ ਹੈ ਅਤੇ ਉਹ ਵੀ ਪੂਰਾ ਆ। ਉਹ ਪੂਰਾ ਹਰੇਕ ਜਗ੍ਹਾ ਉੱਤੇ, ਸਮੁੰਦਰਾਂ ਦੇ ਵਿੱਚ ਹੈ, ਪਹਾੜਾਂ 'ਤੇ ਹੈ। ਸੋ ਕਿਹੜੀ ਐਸੀ ਜਗ੍ਹਾ ਜਿੱਥੇ ਉਹਦੀ ਪੂਰਨਤਾ ਹੀ ਨਹੀਂ ਹੈ? ਹਰੇਕ ਜਗ੍ਹਾ 'ਤੇ ਕਹਿੰਦੇ ਕੋਟ ਕਲੇਸ਼ ਮਿਟ ਹੈ ਹਰ ਨਾਇ। ਕਰੋੜਾਂ ਹੀ ਕਲੇਸ਼, ਇੱਕ ਕਲੇਸ਼ ਜਦੋਂ ਘਰ 'ਚ ਪੈਂਦਾ ਬੰਦਾ ਦੁਖੀ ਹੋ ਜਾਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਰੋੜਾਂ ਦੇ ਕਲੇਸ਼ ਮਿਟਾਉਣ ਦਾ, ਇੱਕ ਦੋ ਦੀ ਗੱਲ ਨਹੀਂ। ਫਿਰ ਕਰੋੜਾਂ ਦੀ ਮਿਕਦਾਰ ਦੇ ਵਿੱਚ ਬਹੁਤਾਤ, ਜਦੋਂ ਕਲੇਸ਼, ਜਦੋਂ ਕਹਿੰਦੇ ਨਾ ਮਹਾਰਾਜ ਕਹਿੰਦੇ ਦੁੱਖ ਰੋਗ ਕਾ ਡੇਰਾ ਭੰਨਾ, ਜਦੋਂ ਰੋਗ ਡੇਰਾ ਪਾ ਕੇ ਬਹਿ ਜਾਂਦਾ, ਕਲੇਸ਼ ਵੀ ਡੇਰਾ ਪਾ ਕੇ ਬਹਿ ਜਾਂਦਾ। ਜਿਹੜਾ ਕਲੇਸ਼ ਆ ਘਰ 'ਚੋਂ ਜਾਂਦਾ ਥੋੜ੍ਹੀ ਆ। ਕਲੇਸ਼ ਜਦੋਂ ਆਣ ਕੇ ਡੇਰਾ ਪਾਉਂਦਾ, ਕਿੱਥੇ ਨਿਕਲਦਾ ਕਲੇਸ਼? ਕੈਂਸਰ ਦਾ ਫੋੜਾ ਹੀ ਹੈ, ਜਿਉਂ-ਜਿਉਂ ਛੇੜੋਗੇ ਤਿਉਂ-ਤਿਉਂ ਵਧੀ ਜਾਂਦਾ, ਵਧੀ ਜਾਂਦਾ। ਐਸਾ ਕਲੇਸ਼ ਹੁੰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਟੈ ਹਰ ਨਾਇ। ਇਹ ਜਿਹੜਾ ਕਲੇਸ਼ ਹੈ ਨਾ, ਇਹ ਨਾਮ ਦੇ ਨਾਲ ਮਿਟ ਜਾਂਦਾ, ਬਾਣੀ ਦੇ ਨਾਲ ਮਿਟ ਜਾਂਦਾ। ਸੋ ਭਾਵ ਜਿਹੜਾ ਬਾਣੀ ਪੜ੍ਹਨੇ ਵਾਲਾ, ਨਾਮ ਜਪਣੇ ਵਾਲਾ, ਉਹਦੇ ਅੰਦਰੋਂ ਹੀ ਕਲੇਸ਼ ਮਿਟ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਪ੍ਰਭ ਕੈ ਸਿਮਰਨ, ਪ੍ਰਮਾਤਮਾ ਦਾ ਜਿਹੜਾ ਸਿਮਰਨ ਹੈ, ਉਹਨੂੰ ਸਿਮਰਨ ਕਰਨ ਦੇ ਨਾਲ ਕੀ ਹੁੰਦਾ? ਕਹਿੰਦੇ ਕਲੇਸ਼ ਸਾਰੇ, ਝਗੜੇ ਸਾਰੇ ਖਤਮ ਹੋ ਜਾਂਦੇ ਨੇ, ਸਾਰੇ ਕਲੇਸ਼ ਖਤਮ ਹੋ ਜਾਂਦੇ ਨੇ। ਤਨ ਦੇ ਵਿੱਚ, ਆਪਣੇ ਤਨ ਵਿੱਚ, ਆਪਣੇ ਮਨ ਵਿੱਚ ਜਿਹੜਾ ਕਲੇਸ਼ ਆਇਆ, ਮਾੜੀ ਵਿਚਾਰ ਆਈ, ਸਾਰੀ ਖਤਮ ਹੋ ਜਾਂਦੀ ਹੈ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੇ ਵਿੱਚ ਏਡੀ ਵੱਡੀ ਤਾਕਤ ਹੈ। ਜਨਮ ਮਰਨ ਸਗਲਾ ਦੁੱਖ ਨਾਸੈ। ਬੜਾ ਭਿਆਨਕ ਦੁੱਖ ਹੈ ਜਨਮ ਦਾ, ਮੌਤ ਦਾ, ਬਹੁਤ ਭਿਆਨਕ ਦੁੱਖ ਹੈ। ਇਹ ਦੁੱਖ ਨਸ਼ਟ ਹੋ ਜਾਂਦਾ। ਸੁਭਾਵ ਬਾਣੀ ਦੀ ਬਦੌਲਤ ਨਾ ਜਨਮ ਹੈ ਨਾ ਮੌਤ ਹੈ। ਜਦ ਜਨਮ ਹੀ ਨਹੀਂ ਹੋਣਾ ਤਾਂ ਮੌਤ ਕਿੱਥੋਂ ਹੋਵੇਗੀ? ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਗੁਰਮੁਖ ਜਾ ਕੈ ਮਨ ਤਨ ਬਾਸੈ। ਜਿਸ ਦੇ ਮਨ ਵਿੱਚ, ਤਨ ਵਿੱਚ ਗੁਰੂ ਕੀ ਬਾਣੀ ਦਾ ਬਾਸਾ ਹੋ ਜਾਂਦਾ ਹੈ। ਹਿਰਦੇ ਵਿੱਚ ਜਦੋਂ ਬਾਣੀ ਟਿਕਦੀ ਹੈ, ਕਹਿੰਦੇ ਇਹ ਜਿਹੜਾ ਦੁੱਖ ਹੈ, ਜੰਮਣਾ ਮਰਨਾ, ਇਹ ਖਤਮ ਹੋ ਜਾਂਦਾ ਹੈ। ਜਿਸ ਨੂੰ ਆਪ ਲਈ ਲੜ ਲਾਏ। ਗੁਰਬਾਣੀ ਦੇ ਲੜ ਸਾਰੇ ਨਹੀਂ ਲੱਗ ਸਕਦੇ, ਰੱਬ ਦੇ ਲੜ ਸਾਰੇ ਨਹੀਂ ਲੱਗ ਸਕਦੇ ਹਨ। ਜਿਸ ਨੂੰ ਉਹ ਆਪਣੇ ਲੜ ਲਾਉਂਦਾ ਉਹੀਓ ਲੱਗਦਾ ਹੈ। ਜਿਸ ਨੂੰ ਉਹ ਆਪਣਾ ਪ੍ਰੇਮ ਬਖਸ਼ਦਾ, ਪਿਆਰ ਬਖਸ਼ਦਾ, ਉਹੀਓ ਲੜ ਲੱਗਦਾ। ਗੁਰੂ ਕੀ ਬਾਣੀ ਦਾ ਰੋਜ਼ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਨੇਮ ਦੇ ਨਾਲ ਲੜ ਲੱਗਣਾ। ਨੇਮ ਦੇ ਨਾਲ ਬਾਣੀ ਨਹੀਂ ਪੜ੍ਹੀ ਜਾਂਦੀ, ਉਹ ਆਪ ਪੜ੍ਹਾਉਂਦਾ ਅਤੇ ਫਿਰ ਇਹਦੇ ਅੰਦਰ ਇੱਕ ਖਿੱਚ ਪੈ ਜਾਂਦੀ ਹੈ। ਹਾਂ ਭਾਈ ਨਿਤਨੇਮ ਕਰਨਾ, ਜਦੋਂ ਸਵੇਰ ਦਾ ਟਾਈਮ ਆ ਜਾਂਦਾ, ਇੱਕ ਘਾਸਾ ਲੱਗ ਜਾਂਦਾ ਨਾ, ਖਿੱਚ ਪੈ ਜਾਂਦੀ ਹੈ। ਸੋ ਪਹਿਲੋਂ ਕੁਝ ਖਾਣ ਪੀਣ ਤੋਂ ਪਹਿਲੋਂ ਨਿਤਨੇਮ ਕਰਦਾ। ਲੜ ਲੱਗਿਆਂ ਦੀਆਂ ਗੱਲਾਂ ਜਿਹੜੇ ਲੜ ਲੱਗੇ ਹੁੰਦੇ ਨੇ, ਜੇ ਤੇ ਉਹ ਕਿਰਪਾ ਕਰਦਾ ਉਸੇ ਨੂੰ ਹੀ ਉਹ ਲੜ ਲਾਉਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਸਾਰੇ ਨਹੀਂ ਲੱਗ ਸਕਦੇ। ਕਹਿੰਦੇ ਦਰਗਾਹ ਮਿਲਾਈ ਤਿਸੈ ਹੀ ਜਾਏ। ਜਿਹੜੇ ਲੜ ਲੱਗੇ ਹੋਏ ਹੁੰਦੇ ਨੇ ਉਹਨਾਂ ਦੀ ਗੱਲ ਕਰਦੇ ਨੇ। ਇੱਥੇ ਜਿਹੜੇ ਲੜ ਲੱਗੇ ਰਹਿੰਦੇ ਨੇ, ਦੁੱਖ ਹੋਵੇ ਸੁੱਖ ਹੋਵੇ, ਕਦੇ ਗੁਰੂ ਦਾ ਲੜ ਨਹੀਂ ਛੱਡਦੇ। ਦੁੱਖ ਵਿੱਚ ਵੀ ਗੁਰੂ ਦਾ ਲੜ ਛੁੱਟ ਜਾਂਦਾ ਅਤੇ ਸੁੱਖ ਵਿੱਚ ਵੀ ਛੁੱਟ ਜਾਂਦਾ। ਦੁੱਖ ਦਾਰੂ ਜ਼ਰੂਰ ਬਣਦਾ, ਦੁੱਖ ਵੇਲਾ ਚੇਤੇ ਜ਼ਰੂਰ ਆਉਂਦਾ, ਰੱਬ ਨੂੰ ਤਾਂ ਚੇਤੇ ਕਰਦਾ, ਪਰ ਉਸ ਵੇਲੇ ਦੁੱਖ ਭੁਲਾਉਣਾ ਹੁੰਦਾ। ਬਾਣੀ ਪੜ੍ਹਦਾ ਵੀ ਦੁੱਖ ਨੂੰ ਚੇਤੇ ਕਰਦਾ। ਸੋ ਉਹਦੇ ਨਾਲ ਇਹਦਾ ਉਹ ਬੰਦਗੀ ਵਾਲਾ ਜੀਵਨ ਨਹੀਂ ਸ਼ੁਰੂ ਹੋ ਸਕਦਾ। ਦੁੱਖ ਤਾਂ ਦਾਰੂ ਬਣਿਆ। ਦਾਰੂ ਤਾਂ ਥੋੜ੍ਹਾ ਚਿਰ ਵਾਸਤੇ, ਦਵਾਈ ਕਿੰਨੀ ਕੁ ਹੁੰਦੀ, ਕਿਤੇ ਇੰਜੈਕਸ਼ਨ ਜਦੋਂ ਇਹਦੇ ਲੱਗਦਾ ਉਸ ਤੋਂ ਬਾਅਦ ਤੰਦਰੁਸਤੀ ਆ ਜਾਂਦੀ ਹੈ। ਥੋੜ੍ਹੀ ਵੀ ਇੰਜੈਕਸ਼ਨ ਲੱਗਦੇ ਹੀ ਰਹਿੰਦੇ, ਫਿਰ ਦਵਾਈ ਥੋੜ੍ਹੀ ਹੁੰਦੀ, ਇੱਕ ਵਾਰੀ ਖਾਧੀ ਬਸ ਠੀਕ ਹੈ। ਦੁੱਖ ਆਇਆ, ਦੁੱਖ ਨੇ ਰੱਬ ਚੇਤੇ ਕਰਾਤਾ। ਦੁੱਖ ਦਾ ਇੰਨਾ ਕੁ ਕੰਮ ਸੀਗਾ। ਜਦੋਂ ਰੱਬ ਚੇਤੇ ਕਰਦੇ ਉਦੋਂ ਦੁੱਖ ਨੂੰ ਕਾਹਤੇ ਚੇਤੇ ਕਰਦੇ? ਉਹਦਾ ਦੁੱਖ ਦਾ ਸ਼ੁਕਰੀਆ ਉਹਨੇ ਰੱਬ ਚੇਤੇ ਕਰਾਤਾ।
ਮਹਾਰਾਜ ਕਹਿੰਦੇ ਦੁੱਖ ਆਉਂਦਾ ਹੀ ਤਦ ਹੈ ਜਦੋਂ ਰੱਬ ਨੂੰ ਭੁੱਲਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਦੁੱਖ ਆ ਉਹਨੇ ਚੇਤੇ ਕਰਾ ਦਿੱਤਾ। ਚਿੱਤ ਤਾਂ ਹੁਣ ਬਾਣੀ 'ਚ ਲਾਉਣਾ ਨਾ, ਅਸੀਂ ਚਿੱਤ ਦੁੱਖ 'ਚ ਹੀ ਰੱਖਦੇ ਹਾਂ। ਅਸੀਂ ਚਿੱਤ ਦੁੱਖ 'ਚ ਹੀ ਰੱਖਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਦੁੱਖ ਨੂੰ ਤਾਂ ਪਰਹਰ ਤਿਆਗਣਾ ਹੁੰਦਾ। ਦੁੱਖ ਪਰਹਰ, ਦੁੱਖ ਨੂੰ ਪਰਹਰ ਤਿਆਗ ਦਿਓ, ਸੁੱਖ ਘਰ ਲੈ ਜਾਏ। ਸੁੱਖ ਨੂੰ ਆਪਣੇ ਹਿਰਦੇ ਘਰ ਵਿੱਚ ਟਿਕਾਓ। ਦੁੱਖ ਨੂੰ ਨਾਲ ਰੱਖੋਗੇ ਫਿਰ ਸੁੱਖ ਕਦੀ ਹਿਰਦੇ ਘਰ ਦੇ ਵਿੱਚ ਟਿਕ ਹੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਭਾਈ ਉਹਦੇ ਲੜ ਜਿਹੜੇ ਲੱਗੇ ਹੋਏ ਹੁੰਦੇ ਨੇ ਅਤੇ ਉਹ ਫਿਰ ਜਿਹਦੇ ਲੜ ਲੱਗੇ ਨੇ ਉਹਨੂੰ ਚੇਤੇ ਕਰਦੇ ਆ, ਦੁੱਖ ਨੂੰ ਚੇਤੇ ਨਹੀਂ ਕਰਦੇ। ਦੁੱਖ ਦਾ ਤਿਆਗ ਕਰ ਦਿੰਦੇ ਨੇ। ਮਤਲਬ ਦੁੱਖ ਆਉਂਦਾ ਤਾਂ ਹੈ, ਦੁੱਖ ਆਪਣਾ ਪ੍ਰਭਾਵ ਨਹੀਂ ਛੱਡ ਸਕਦਾ, ਦੁੱਖ ਦੁਖੀ ਨਹੀਂ ਕਰ ਸਕਦਾ। ਉਹਨਾਂ ਦੀ ਗੱਲ ਕਰਦੇ, ਕਹਿੰਦੇ ਦਰਗਾਹ ਮਿਲੈ ਤਿਸੈ ਹੀ ਚਾਹੇ। ਉਹਨਾਂ ਨੂੰ ਫਿਰ ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਹੈ। ਜਿਨ੍ਹਾਂ ਨੂੰ ਇਸ ਸੰਸਾਰ ਵਿੱਚ ਵਿਚਰਦਿਆਂ ਹਿਰਦੇ ਦੇ ਵਿੱਚ ਜਗ੍ਹਾ ਮਿਲ ਗਈ, ਜਿਹੜੇ ਆਪਣੇ ਅੰਤਰ ਆਤਮੇ ਟਿਕਦੇ ਨੇ, ਸਮਝ ਲਓ ਦਰਗਾਹ ਦੇ ਵਿੱਚ ਇਹਨਾਂ ਦੀ ਜਗ੍ਹਾ ਪੱਕੀ। ਦਰਗਾਹ ਵਿੱਚ ਉਹ ਹੀ ਕਬੂਲ ਪੈਂਦੇ ਨੇ। ਸੇਈ ਭਗਤ ਜੇ ਸੱਚੇ ਭਾਣੇ, ਸਾਚੇ ਭਾਣੇ। ਸੱਚੇ ਨੂੰ ਜਿਹੜੇ ਭਾ ਜਾਂਦੇ ਨੇ। ਭਗਤੀ ਕਰਨੇ ਵਾਲੇ ਬਹੁਤ ਨੇ, ਥੋੜ੍ਹੇ ਨੇ ਕਿਤੇ ਬਹੁਤ ਨੇ। ਪਤਾ ਨਹੀਂ ਕਿੰਨੇ ਹੋਣਗੇ ਜਿਹੜੇ ਰਾਮ ਦਾ ਨਾਮ ਜਪਦੇ ਨੇ, ਅੱਲਾ ਦਾ ਨਾਮ ਜਪਦੇ ਨੇ, ਵਾਹਿਗੁਰੂ ਦਾ ਨਾਮ ਜਪਦੇ ਨੇ। ਕੋਈ ਗੋਬਿੰਦ ਕਹਿੰਦਾ, ਕੋਈ ਨਾਰਾਇਣ ਕਹਿੰਦਾ। ਸੋ ਗਿਣਤੀ ਕਿੰਨੀ ਕੁ ਹੈ? ਕਹਿੰਦੇ ਅਸੰਖ ਨਾਵ ਸੰਖ ਥਾਂ। ਮਹਾਰਾਜ ਕਹਿੰਦੇ ਅਸੰਖਾਂ ਹੀ ਹਨ। ਪਰ ਉਸ ਦਾ ਨਾਮ ਜਪਣੇ ਵਾਲੇ ਜਿਹੜੇ ਨੇ, ਉਹਨਾਂ 'ਚੋਂ ਭਗਤ ਕੌਣ ਨੇ? ਭਗਤ ਕੌਣ ਨੇ? ਪਾਤਸ਼ਾਹ ਕਹਿੰਦੇ ਜਿਹੜੇ ਸੱਚੇ ਨੂੰ ਭਾਗ ਹੈ, ਜਿਹੜੇ ਭਾਗ ਹੈ, ਜਿਨ੍ਹਾਂ ਦੀ ਬੰਦਗੀ ਭਾਗ ਗਈ, ਜਿਨ੍ਹਾਂ ਦਾ ਕੰਮ ਚੰਗਾ ਲੱਗਾ, ਅਤੇ ਉਹ ਫਿਰ ਭਗਤ ਮੰਨੇ ਜਾਂਦੇ ਨੇ। ਭਗਤਾਂ ਦੀ ਕੀ ਨਿਸ਼ਾਨੀ ਕੀ ਆ ਵੀ ਹਾਂ ਵੀ ਭਾਗ ਗਿਆ ਉਹਨੂੰ? ਮਹਾਰਾਜ ਨੇ ਨਿਸ਼ਾਨੀ ਵੀ ਦੱਸੀ ਹੋਈ ਭਗਤਾਂ ਦੀ। ਨਾਨਕ ਭਗਤਾਂ ਸਦਾ ਵਿਕਾਸ। ਕਹਿੰਦੇ ਭਗਤ ਜਿਹੜੇ ਹੁੰਦੇ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਖੇੜਾ ਬਣਿਆ ਰਹਿੰਦਾ ਹੈ। ਹਿਰਦੇ ਦੇ ਵਿੱਚ ਖੇੜਾ ਬਣਦਾ ਜਿਹੜਾ, ਉਹਨਾਂ ਦੇ ਬਣਦਾ ਜਿਹੜਾ ਕਦੀ ਦੂਸਰਿਆਂ ਦੇ ਹਿਰਦੇ ਨੂੰ ਕਦੀ ਦੁੱਖ ਨਹੀਂ ਦਿੰਦੇ, ਕਦੀ ਤਕਲੀਫ ਨਹੀਂ ਪਹੁੰਚਾਉਂਦੇ। ਉਹਨਾਂ ਦੇ ਹਿਰਦਿਆਂ ਵਿੱਚ ਖੇੜਾ ਆਟੋਮੈਟਿਕਲੀ ਬਣਨਾ ਸ਼ੁਰੂ ਹੋ ਜਾਂਦਾ ਹੈ। ਅਤੇ ਭਗਤ ਦੀ ਇਹ ਤਸੀਰ ਹੁੰਦੀ ਹੈ, ਭਗਤ ਦੀ ਇਹ ਤਸੀਰ ਹੁੰਦੀ। ਉਹ ਕਹਿੰਦੇ ਇੱਕ ਫਿੱਕਾ ਨਾ ਅਲਾਏ ਸਭ ਨਾਮੈ ਸੱਚਾ ਧਣੀ। ਕੁਦਰਤੀ ਭਗਤਾਂ ਦਾ ਇਹ ਜੀਵਨ ਹੋ ਜਾਂਦਾ। ਨਾ ਤਾਂ ਉਹਨਾਂ ਨੂੰ ਕੌੜਾ ਬੋਲ ਚੰਗਾ ਲੱਗਦਾ, ਨਾ ਅਪਣਾਉਂਦੇ ਨੇ। ਕੌੜਾ ਬੋਲ ਨਹੀਂ ਉਹਨਾਂ ਨੂੰ ਚੰਗਾ ਲੱਗਦਾ, ਨਾ ਫਿੱਕਾ ਚੰਗਾ ਲੱਗਦਾ, ਨਾ ਕੌੜਾ ਚੰਗਾ ਲੱਗਦਾ। ਅਪਣਾਉਂਦੇ ਹੀ ਨਹੀਂ, ਅਪਣਾਉਂਦੇ ਹੀ ਨਹੀਂ। ਹਿਰਦੇ ਵਿੱਚ ਜਗ੍ਹਾ ਹੀ ਨਹੀਂ ਦਿੰਦੇ। ਹਿਰਦੇ ਵਿੱਚ ਹੈ ਹੀ ਸਭ ਕੁਝ ਮਿੱਠਾ, ਮਿੱਠੇ ਬੋਲ ਨੇ, ਮਿੱਠੇ ਬੋਲ ਟਿਕਾ ਕੇ ਰੱਖੇ ਹੋਏ ਨੇ, ਅਤੇ ਮਿੱਠੇ ਬੋਲ ਬੋਲਦੇ ਨੇ। ਚੰਗਾ ਸੁਣਨਾ, ਚੰਗਾ ਬੋਲਣਾ ਉਹਨਾਂ ਦੀ ਫਿਦਰਤ ਬਣ ਜਾਂਦੀ ਹੈ। ਇਸ ਕਰਕੇ ਤੂੰ ਕਿਵੇਂ ਕਿਸੇ ਦੇ ਦਿਲ ਨੂੰ ਉਹ ਦਿਖਾਉਣਗੇ? ਨਹੀਂ ਦਿਖਾ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤਾਂ ਦੀ ਇੱਕ ਹੋਰ ਵੱਡੀ ਨਿਸ਼ਾਨੀ, ਉਹ ਨਿਰਭਉ ਹੋ ਜਾਂਦੇ ਨੇ, ਡਰ ਤੋਂ ਮੁਕਤ ਹੋ ਜਾਂਦੇ ਨੇ। ਕਿਉਂ? ਕਹਿੰਦੇ ਹਰ ਵਕਤ ਰੱਬ ਨੂੰ ਚੇਤੇ ਕਰਦੇ। ਖਸਮ ਸੰਮਾਰੈ ਸੋ ਕਤ ਡਰੈ ਜੇ ਖਸਮ ਸੰਮਾਰੈ। ਜਦ ਰੱਬ ਚੇਤੇ ਹੈ, ਰੱਬ ਮੇਰੇ ਨਾਲ ਹੈ, ਫਿਰ ਡਰ ਕਾਹਦਾ? ਨਾ ਤਾਂ ਉਹਨਾਂ ਨੂੰ ਕਿਸੇ ਤਾਕਤਵਰ ਬੰਦੇ ਦਾ ਡਰ ਹੈ, ਨਾ ਕਿਸੇ ਪਸ਼ੂ ਜਾਨਵਰ ਪਕਸ਼ੀ ਖੂੰਖਾਰ ਜਿਹੜੇ ਜਾਨਵਰ ਹੁੰਦੇ ਨੇ ਭੈਭੀਤ ਕਰ ਦਿੰਦੇ ਬੰਦੇ ਨੂੰ। ਕਹਿੰਦੇ ਕੋਈ ਡਰ ਨਹੀਂ ਹੁੰਦਾ ਇਹਨਾਂ ਨੂੰ। ਆ ਬਿਮਾਰੀ ਹੈ, ਮਾਰੂ ਬਿਮਾਰੀ ਬੰਦੇ ਨੂੰ ਚਿੰਬੜ ਜਾਵੇ, ਬੰਦਾ ਭੈਭੀਤ ਹੋ ਜਾਂਦਾ। ਮੌਤ ਤੋਂ ਪਹਿਲਾਂ ਹੀ ਇਹਦੀ ਮੌਤ ਆ ਜਾਂਦੀ ਹੈ। ਉਹ ਇਹਨਾਂ ਬਿਮਾਰੀਆਂ ਤੋਂ ਵੀ ਨਹੀਂ ਡਰਦੇ ਫਿਰ। ਸੋ ਉਹ ਕਿਉਂ? ਕੀ ਕਾਰਨ? ਮਹਾਰਾਜ ਕਹਿੰਦੇ ਭਗਤ ਜਿਹੜੇ ਹੁੰਦੇ ਆ ਨਿਰਭਉ ਇਸ ਕਰਕੇ ਹੋ ਜਾਂਦੇ ਨੇ ਕਿਉਂਕਿ ਨਿਰਵੈਰ ਹੁੰਦੇ ਨੇ। ਮਨ ਵਿੱਚ ਵੈਰ ਹੀ ਕੋਈ ਨਹੀਂ ਹੈ। ਨਿਰਭਉ ਨੂੰ, ਨਿਰਭਉ ਹੋਏ ਨਿਰਭਉ ਨੂੰ ਜਪਿਆ, ਨਿਰਭਉ ਹੋਏ ਸਗਲ ਭਉ ਮਿਟੈ। ਨਿਰਭਉ ਜਪੈ, ਜਦੋਂ ਨਿਰਭਉ ਨੂੰ ਜਪਿਆ ਸਾਰੇ ਡਰ ਮਿਟ ਗਏ। ਨਿਰਭਉ ਜਪੈ
ਸਗਲ ਭਉ ਮਿਟੈ, ਤੇ ਸਾਰੇ ਡਰ ਦੂਰ ਹੋ ਗਏ, ਵੈਰ ਹੀ ਹੈ ਨਹੀਂ ਕਿਸੇ ਦੇ ਪ੍ਰਤੀ। ਇਹ ਭਗਤਾਂ ਦੀਆਂ ਨਿਸ਼ਾਨੀਆਂ ਨੇ ਮਹਾਰਾਜ ਨੇ ਦੱਸੀਆਂ। ਪਾਤਸ਼ਾਹ ਕਹਿੰਦੇ ਫਿਰ ਉਹ ਇਹੋ ਜਿਹੇ ਭਗਤ ਜਿਹੜੇ ਉਹ ਸੱਚੇ ਨੂੰ ਭਾਉਂਦੇ ਨੇ, ਪਰਮਾਤਮਾ ਨੂੰ ਬੜੇ ਚੰਗੇ ਲੱਗਦੇ ਨੇ। ਜਿਹੜਾ ਸੱਚੇ ਨੂੰ ਭਾ ਗਿਆ ਸਾਰੇ ਜਗਤ ਨੂੰ ਭਾ ਗਿਆ। ਜਿਹੜਾ ਸੱਚੇ ਨੂੰ ਚੰਗਾ ਲੱਗਾ ਸਾਰੇ ਜਗਤ ਨੂੰ ਚੰਗਾ ਲੱਗਾ। ਸਾਰੇ ਜਗਤ ਦਾ ਪਿਆਰਾ, ਹਰ ਕਾ ਪਿਆਰਾ, ਸਭਨਾ ਕਾ ਪਿਆਰਾ। ਜਿਹੜਾ ਰੱਬ ਦਾ ਪਿਆਰਾ ਉਹ ਸਾਰਿਆਂ ਦਾ ਪਿਆਰਾ ਹੀ ਬਣ ਜਾਂਦਾ ਹੈ ਕਹਿੰਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਸਈ ਭਗਤ ਜੇ ਸਾਚੇ ਭਾਣਾ, ਉਹਨੂੰ ਚੰਗੇ ਲੱਗ ਉਹ ਭਗਤ ਨੇ। ਹਾਂ ਹੋਰ ਕੀ ਨਿਸ਼ਾਨੀ? ਕਹਿੰਦੇ ਭਾਣੇ ਵਿੱਚ ਵਿਚਰਦੇ ਨੇ। ਜਦੋਂ ਬੰਦਾ ਇਸ ਸੰਸਾਰ 'ਚ ਵਿਚਰਦਾ ਜ਼ਰੂਰੀ ਥੋੜ੍ਹੀ ਉਹਨੂੰ ਮਿਲਣਾ ਹੀ ਮਿਲਣਾ। ਇੱਥੇ ਇਸ ਸੰਸਾਰ ਦੇ ਵਿੱਚ ਤਾਂ ਦੋਨੇ ਕੰਮ ਚੱਲਦੇ ਨੇ, ਦੋਨੇ ਕੰਮ ਚੱਲਣੇ ਨੇ। ਨਫਾ ਵੀ ਚੱਲੇਗਾ, ਨੁਕਸਾਨ ਵੀ ਚੱਲੇਗਾ, ਦੁੱਖ ਵੀ ਹੈ, ਸੁੱਖ ਵੀ ਹੈ। ਇੱਥੇ ਮਾਣ ਵੀ ਹੈ, ਅਪਮਾਨ ਵੀ ਹੈ, ਸਭ ਕੁਝ ਹੈ। ਸੋ ਜਿਹੜਾ ਭਾਣਾ ਮੰਨਣੇ ਵਾਲਾ ਉਹ ਖੁਸ਼ੀ ਦੇ ਵਿੱਚ ਰੱਬ ਨੂੰ ਭੁਲਾਵੇਗਾ ਨਹੀਂ। ਜਦ ਕੁਝ ਮਿਲ ਗਿਆ ਨਾ ਕਹਿੰਦੇ ਵੀ ਉਹਦਾ ਦਿੱਤਾ ਹੋਇਆ, ਮੇਰਾ ਥੋੜ੍ਹੀ ਹੈ। ਜੇ ਚਲੇ ਗਿਆ ਕਹਿਣਾ ਉਹਦਾ ਦਿੱਤਾ, ਉਹਨੇ ਲੈ ਲਿਆ। ਕਿਸੇ ਦਾ ਨਾਂ ਥੋੜ੍ਹੀ ਲਾਉਂਦਾ ਇਹਦੇ ਕਰਕੇ ਮੇਰਾ ਨੁਕਸਾਨ ਹੋਇਆ। ਨਹੀਂ ਕਹਿੰਦਾ ਉਹਦਾ ਦਿੱਤਾ ਸੀ, ਉਹਦਾ ਲੈ ਲਿਆ। ਕਹਿੰਦਾ ਉਹਦੀ ਵਾਸਤਾ ਹੈ, ਉਹ ਲੈ ਲੈਂਦਾ। ਦੇਣੇ ਵਾਲਾ ਵੀ ਉਹ ਹੈ ਤੇ ਲੈਣੇ ਵਾਲਾ ਵੀ ਉਹ ਹੈ। ਭਾਣਾ ਜੋ ਹੋ ਗਿਆ ਨਾ, ਇੰਝ ਭਾਣੇ ਵਿੱਚ ਜਿਹੜਾ ਵਿਚਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਸ਼ਾਨੀ ਹੈ, ਭਗਤ ਹੈ ਕਹਿੰਦੇ। ਹੋਰ ਭਗਤਾਂ ਦਾ ਕੋਈ ਭੇਖ ਤਾਂ ਹੁੰਦਾ ਨਹੀਂ ਨਾ। ਜੇ ਕਿ ਭਗਤ ਕਬੀਰ ਸਾਹਿਬ ਜੀ, ਉਹਦੀ ਫੋਟੋ ਦੇਖ ਕੇ ਉੱਦਾਂ ਦਾ ਭੇਖ ਬਣਾ ਲਓ, ਇਹਦਾ ਕਬੀਰ ਥੋੜ੍ਹੀ ਕੋਈ ਬਣ ਜਾਊਗਾ। ਭਗਤ ਰਵਿਦਾਸ ਦਾ ਕੰਮ ਕਿਸੇ ਨੇ ਜੁੱਤੀਆਂ ਗੰਢਦਾ ਸੀ। ਜੁੱਤੀਆਂ ਗੰਢਣ ਲੱਗ ਪਵੇ ਤਾਂ ਹਰ ਕੋਈ ਜੁੱਤੀਆਂ ਗੰਢਣ ਵਾਲਾ ਰਵਿਦਾਸ ਥੋੜ੍ਹੀ ਬਣ ਜਾਊਗਾ। ਹਰ ਕੋਈ ਖੱਡੀ ਲਾਉਣੇ ਵਾਲਾ ਕਬੀਰ ਥੋੜ੍ਹੀ ਬਣ ਜਾਊਗਾ। ਨਹੀਂ ਭਾਈ, ਭਗਤਾਂ ਦੇ ਉਹਨਾਂ ਦੇ ਆਪਣੇ ਕਿੱਤੇ ਸੀ, ਉਹਨਾਂ ਨੂੰ ਜੋ ਪਹਿਰਾਵਾ ਸੀਗਾ ਉਹ 'ਚ ਵਿਚਰੇ ਨੇ। ਪਰ ਉਹਨਾਂ ਦਾ ਅੰਦਰਲਾ ਸਿਸਟਮ ਜਿਹੜਾ ਸੀ ਨਾ, ਉਹ ਦੇਖੋ ਉਹ ਕਿਹੋ ਜਿਹਾ ਸੀ ਸੰਸਾਰ ਦੇ ਪ੍ਰਤੀ। ਬਾਣੀ 'ਚੋਂ ਝਲਕਾਂ ਮਾਰਦਾ। ਉਹਨਾਂ ਦੀ ਜੋ ਰਚੀ ਹੋਈ ਬਾਣੀ ਹੈ ਨਾ, ਉਹਨਾਂ ਦਾ ਅਸਲ ਜੀਵਨ ਜਿਹੜਾ ਹੈ ਉਹ ਬਾਣੀ ਦੇ ਵਿੱਚੋਂ ਝਲਕਾਂ ਮਾਰਦਾ ਪਿਆ। ਮਹਾਰਾਜ ਕਹਿੰਦੇ ਜਿਹੜੇ ਸੱਚੇ ਨੂੰ ਭਾਉਂਦੇ ਨੇ, ਜਿਹੜੇ ਸੱਚੇ ਦੇ ਭਾਣੇ ਵਿੱਚ ਰਹਿੰਦੇ ਨੇ, ਤੇ ਉਹ ਹੀ ਭਗਤ, ਤੇ ਭਗਤ ਹੀ ਉਸਦੇ ਪੁੱਤਰ ਹੁੰਦੇ ਨੇ। ਪਾਤਸ਼ਾਹ ਕਹਿੰਦੇ ਜਮ ਕਾਲ ਤੇ ਭਏ ਨਿਕਾਣੇ। ਜਿਹੜਾ ਜਾਮਿਆ ਨਾ, ਜਾਮ, ਇਹਦੇ ਤੋਂ ਤਾਂ ਬੜੇ ਬੜੇ ਰਾਜੇ, ਮਹਾਰਾਜੇ, ਤਪੀਸ਼ਰ, ਮੁਨੀਸ਼ਰ ਸਭ ਡਰਦੇ ਨੇ ਜਮਾਂ ਤੋਂ, ਵੀ ਇਹ ਵੀ ਬੜੇ ਤਾਣ ਵਾਲੇ ਨੇ, ਬੜੇ ਬਲ ਵਾਲੇ ਨੇ। ਤਹ ਕਰਦਲ ਕਰਨ ਮਹਾਬਲੀ ਤਿਸ ਆਗ ਲੜੇ ਮੇ ਰਹਿਣ ਨਾ ਜਾਏ। ਬੜੇ ਬੜੇ ਰਾਜੇ ਮਹਾਰਾਜੇ ਕੰਬਦੇ ਨੇ ਜਮਾਂ ਤੋਂ। ਪਰ ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰੋਂ ਜਮਾਂ ਦਾ ਡਰ ਵੀ ਖਤਮ ਹੋ ਜਾਂਦਾ। ਜਮ ਕਾਲ ਤੇ ਭਏ ਨਿਕਾਣੇ, ਜਮਾਂ ਦੇ ਵੀ ਕਾਣ ਕੜੌੜ ਉਹਨਾਂ ਨੂੰ ਨਹੀਂ ਰਹਿ ਜਾਂਦੀ ਹੈ। ਕਹਿੰਦੇ ਸਾਚਾ ਸਾਹਿਬ ਸੱਚ ਦਰਬਾਰ। ਸਤਿਗੁਰੂ ਜੀ ਸੱਚੇ ਸਾਹਿਬ ਨੇ, ਤੇ ਸਤਿਗੁਰੂ ਜੀ ਦਾ ਦਰਬਾਰ ਵੀ ਸੱਚਾ ਹੈ। ਇੱਥੇ ਝੂਠਿਆਂ ਦੀ ਨਹੀਂ ਚੱਲਦੀ, ਸੱਚਿਆਂ ਦੀ ਪੁੱਛ ਗਿੱਛ ਹੈ। ਇੱਥੇ ਝੂਠਿਆਂ ਦੀ ਗੱਲ ਕੋਈ ਸੁਣੀ ਵੀ ਨਹੀਂ ਜਾਂਦੀ, ਬਲਕਿ ਝੂਠਿਆਂ ਨੂੰ ਗੱਲ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਸੱਚੇ ਦੇ ਦਰਬਾਰ ਵਿੱਚ ਜਿਹੜਾ ਝੂਠਾ ਆ, ਪਾਪੀ ਹੈ, ਉਹ ਤਾਂ ਗੱਲ ਵੀ ਨਹੀਂ ਕਰ ਸਕਦਾ, ਉਹਦੀ ਤਾਂ ਐਂਟਰੀ ਕੋਈ ਨਹੀਂ ਸੱਚੇ ਦੇ ਦਰਬਾਰ ਦੇ ਵਿੱਚ। ਸੋ ਇੱਥੇ ਪੁੱਛ ਗਿੱਛ ਹੈ ਸੱਚਿਆਂ ਦੀ, ਕਿਉਂਕਿ ਸੱਚੇ ਦਾ ਦਰਬਾਰ, ਤੇ ਜੇ ਸੱਚੇ ਦਾ ਦਰਬਾਰ ਤਾਂ ਸੱਚਿਆਂ ਦੀ ਪੁੱਛ ਗਿੱਛ ਹੋਣੀ ਹੈ। ਉੱਥੇ ਸੱਚੀ ਗੱਲ ਹੋਣੀ ਹੈ, ਉੱਥੇ ਝੂਠੀ ਥੋੜ੍ਹੀ ਹੋਵੇਗੀ। ਤੇ ਸਤਿਗੁਰੂ ਦਾ ਦਰਬਾਰ ਸੱਚਾ ਹੈ। ਕੀਮਤ ਕੌਣ ਕਹੈ ਵਿਚਾਰ। ਹੁਣ ਸੱਚੇ ਦੇ ਦਰਬਾਰ ਦੇ ਵਿੱਚ ਜੋ ਬਚਨ ਹੁੰਦੇ ਨੇ ਉਹਨਾਂ ਦੀ ਕੀਮਤ ਕੌਣ ਕਹਿ ਸਕਦਾ ਜੀ? ਕੋਈ ਕਹਿ ਸਕਦਾ? ਕੋਈ ਨਹੀਂ ਕਹਿ ਸਕਦਾ। ਜੋ ਸੱਚੇ ਦੇ ਦਰਬਾਰ ਵਿੱਚ ਸੱਚੇ ਦੀ ਬਾਣੀ ਦੀ ਵਿਚਾਰ ਹੁੰਦੀ ਹੈ, ਸੱਚੇ ਦੇ ਬਚਨਾਂ ਦੀ ਵਿਚਾਰ ਹੁੰਦੀ ਹੈ, ਤੇ ਉਹ ਵਿਚਾਰ ਜਿਨ੍ਹਾਂ ਨੂੰ ਮਿਲਦੇ ਨੇ ਉਹਨਾਂ ਦੀ ਕੋਈ ਕੀਮਤ ਹੈ? ਗੁਰਬਾਣੀ ਦੀ ਕੋਈ ਕੀਮਤ ਹੈ? ਜਦੋਂ ਗੁਰਬਾਣੀ ਵਿੱਚੋਂ ਸੱਚੇ ਦੀ ਸੋਝੀ ਮਿਲਦੀ ਹੈ, ਕੋਈ ਕੀਮਤ ਹੈ? ਮਹਾਰਾਜ ਕਹਿੰਦੇ ਕੋਈ ਕੀਮਤ ਨਹੀਂ ਭਾਈ। ਕਾਟ ਕਾਟ ਅੰਤਰ
ਸਗਲ ਆਧਾਰ। ਉਹ ਸੱਚੇ ਦਾ ਘਰ ਹੈ ਕਿੱਥੇ? ਮਹਾਰਾਜ ਕਹਿੰਦੇ ਘਟਾਂ ਘਟਾਂ, ਜਿੱਥੇ ਘਟ ਹੈ ਉੱਥੇ ਸੱਚੇ ਦਾ ਦਰਬਾਰ ਹੈ, ਤੇ ਸੱਚਾ ਹੈ ਜਿੱਥੇ ਵੀ ਘਟ। ਜਿੰਨੇ ਜੀਆ ਜੰਤ ਨੇ ਸਭ ਸਾਰੇ ਘਟ ਨੇ ਉਹਦੇ ਬਣਾਏ ਹੋਏ, ਜਿੰਨੇ ਜੀਆ ਜੰਤ ਨੇ। ਘਟ ਘਟ ਅੰਤਰ, ਉਹ ਜਿਹੜਾ ਅੰਦਰ ਹਰ ਇੱਕ ਦੇ ਅੰਦਰ ਆਧਾਰ ਹੈ ਨਾ, ਆਸਰਾ, ਉਹ ਸੱਚਾ ਹੀ ਤਾਂ ਹੈ, ਉਹ ਸੱਚਾ ਹੀ ਤਾਂ ਹੈ, ਉਹ ਸੱਚੇ ਦਾ ਹੀ ਦਿੱਤਾ ਹੋਇਆ ਆਸਰਾ ਹੈ। ਘਟ ਘਟ ਅੰਤਰ ਸਗਲ ਦਾ। ਜਿਸ ਨੇ ਆਪਣੇ ਆਧਾਰ ਦੀ ਪਹਿਚਾਣ ਕਰ ਲਈ ਉਹ ਸੱਚੇ ਨਾਲ ਜੁੜ ਗਿਆ। ਜਿਹੜਾ ਆਪਣਾ ਆਧਾਰ ਕਿਤੇ ਬਾਹਰੋਂ ਲੱਭਦਾ ਪਿਆ, ਕਦੀ ਕਿਸੇ ਨੂੰ ਆਧਾਰ ਬਣਾਉਂਦਾ, ਕਿਸੇ ਨੂੰ, ਉਹ ਸੱਚੇ ਨਾਲ ਜੁੜ ਹੀ ਨਹੀਂ ਸਕਦਾ। ਸੋ ਜਿਸ ਨੇ ਅੰਦਰਲੇ ਦੀ ਪਹਿਚਾਣ ਬਾਣੀ ਕਰਾਉਂਦੀ ਹੈ, ਅੰਤਰਾਤਮੇ ਦੀ ਪਹਿਚਾਣ ਬਾਣੀ ਕਰਾਉਂਦੀ, ਫਿਰ ਉਹ ਅੰਤਰਾਤਮੇ ਜੁੜਦਾ। ਬਾਣੀ ਹੀ ਉਹ ਕੰਮ ਕਰਦੀ ਹੈ, ਬਾਣੀ ਅੰਤਰਾਤਮੇ ਜੋੜਦੀ ਹੈ। ਨਾਨਕ ਜਾਚੈ ਸੰਤ ਰੇਣਾ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਸੋ ਜਿਹੜੇ ਆਪਣੇ ਆਧਾਰ ਦੀ ਪਹਿਚਾਣ ਕਰ ਲੈਂਦੇ ਨੇ, ਉਹਨਾਂ ਦੀ ਮੰਗ ਇੱਕੋ ਹੀ ਹੁੰਦੀ ਹੈ, ਉਹ ਸੰਤ ਰੇਣਾ, ਸਾਧ ਸੰਗਤ ਦੀ ਚਰਨ ਧੂੜ, ਉਸੇ ਦੀ ਹੀ ਉਹ ਮੰਗ ਕਰਦੇ ਨੇ। ਗੁਰੂ ਕਿਰਪਾ ਕਰੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕੁਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਬਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਖੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸੁਮਰਾ ਸੁਆਮੀ, ਸੋ ਕਿਉ ਮਨ ਵਿਸਾਰੀ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਾਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋਂ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ, ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਠਾਕੁਰ ਤੁਮ He
ਵਾਹਿਗੁਰੂ। ਵਾਹਿਗੁਰੂ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਖਾਰਿਆਂ ਸਿੱਖੀ ਸਦਰ ਵਿਸ਼ਵਾਸ ਸਮਾਜ ਤੇਰਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪੰਜਾਬ ਤਖਤਾਂ ਪ੍ਰਵਾਸੀ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਵਰਤਮਾਨ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਤੇ ਆਵੇ ਕਿਤੇ ਆਉਂ ਕਾ ਸਤਿਕਾਰ ਸਰਬ ਸੁਖ ਹੋ ਹੈ ਜਾ ਖਾਲਸਾ ਜੀ ਸਾਹਿਬ ਦੇਖ ਦੇਖ ਫਤਿਹ ਗੁਰਤ ਕੀ ਕਾਜ ਪੰਥ ਕੀ ਸਹਿਬ ਸਹਾਇ ਖਾਲਸਾ ਜੀ ਦੇ ਬੋਲੋ ਜੀ। ਵਾਹਿਗੁਰੂ। ਸਿੱਖਾ ਲੋ ਬਖਸ਼ੋ ਜੀ ਸਿੱਖੀ ਦਾਨ ਕੀਸ ਦਾਨ ਰਹਿ ਦਾਨ ਜੀਵ ਦਾਨ ਸਾਧ ਦਾਨਾ ਸਰਦਾਨਾ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿਸ਼ੇਸ਼ਤਾਨ ਚੌਕੀਆਂ ਚ ਗੁਰੂ ਬੇਟੀ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਾਨੀ ਮਹਾਰਾਜ ਜੀ ਆਪ ਜੀ ਆਸਾ ਜੀ ਦੀ ਵਾਰ ਤੇ ਸ਼ਬਦ ਦੀ ਚਾਰ ਦੇ ਨਾਮ ਸਾਹਿਬ ਦੇ ਛੇ ਪੌੜੀਆਂ ਦੀ ਚਾਰ ਫੁੱਲਾਂ ਦੀ ਸੇਵਾ ਕਰਨੀ ਵਾਲੀ ਦਾ ਸ਼ਣਾ ਜੀ ਦਿਲ ਫੁਲਹਾਰ ਮਨੋ ਕਾਮਨਾਵਾਂ ਗੁਰੂ ਦੇ ਸਾਥ ਜਿਹੜੇ ਹਰੀ ਭਾਵ ਸਭ ਸੋਚ ਪਵਿੱਤਰ ਵਰਤੇ ਜੋ ਜੀ ਸਿੱਖਿਆ ਆਪਣਾ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਲੈ ਸਾਖੀ ਰਹੇ ਨਾ ਕੋਏ ਬਚੇ ਸ਼ਰਨ ਜੋ ਹੋਏ ਸੁਤਰੇ ਪਾਰ ਗੁਰ ਪਾਰ ਉਤਾਰਨ ਆਦ ਕਲਗੀ ਸੋਹੈ ਸੀਸ ਗੁਰ ਕਲਗੀ ਧਰ ਜਗਦੀਸ਼ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਸੋ ਕਹੋ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਤਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਤਰਣ ਤਾਰਣ ਹਰ ਨਿਧ ਦੁਖ ਨ ਸਕੈ ਬਿਆਪ। ਸਾਧੂ ਸੰਗ ਭਜਹੁ ਗੋਪਾਲ ਆਨ ਸੰਜਮ ਕਿਛ ਨਾ ਸੂਝੈ। ਏ ਜਤਨ ਕਾਟ ਕਲ ਕਾਲ ਰਹਾਉ। ਆਦਿ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਵੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ। ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ।
चरण कमल आधार जन का, रास पूंजी एक। ताण मान दीवान साचा, नानक की प्रभ टेक। चरण कमल आधार जन का, रास पूंजी एक। ताण मान दीवान साचा, नानक की प्रभ टेक। वाहिगुरु जी का खालसा, वाहिगुरु जी की फतेह। जपो सतनाम 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 जी। वाहिगुरु 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 जी। जप सतनाम 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 जी। वाहिगुरु 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 जी। वाहिगुरु जी का खालसा, वाहिगुरु जी की फतेह।